ਹੋਇਆ ਕੀ ਸੀ ਕਿਉਂ ਤੁਸੀਂ ਉੱਥੇ ਗਏ ਸੀ ਤੇ ਜੁੱਤੀਆਂ ਦਾ ਹਾਰ ਕਿਉਂ ਪਾਇਆ ਤੁਸੀਂ? देखो शर्मनाक हरकत है साडी सरकार दी डिपार्टमेंट दी। जे सरकारी डिपार्टमेंट अपना काम नहीं करता पिया ते अख के सानू कुछ ना कुछ तो करना ही पेगा। सरकारी स्कूल धनांसू स्कूल तो ਅਸੀਂ ਬੋਲਦੇ ਆ ਵੀ ਸਰ ਸਾਡੇ ਨਾਲ ਸੈਕਸੁਅਲ ਹਰਾਸਮੈਂਟ ਮਤਲਬ ਸਾਡੇ ਤੇ ਸਾਡੇ ਛਾਤੀ ਦੇ ਉੱਤੇ ਹੱਥ ਫੇਰਿਆ ਜਾਂਦਾ ਪਿਆ ਆ। ਕਿਸਨੇ ਸੀਗਾ ਉਹਨਾਂ ਨਾਲ ਇਹ ਗਲਤ ਕੰਮ ਦੱਸ ਕੀਤਾ? ਰਹੇ ਆ ਜੀ, ਦੇਖੋ ਉਸ ਥਾਂ ਦੇ ਵਿੱਚ ਜਿਹੜੀ ਬੱਚੀ ਨੇ ਸਾਡੇ ਨਾਲ ਫੋਨ ਤੇ ਦੱਸਿਆ ਉਹ ਸਕੂਲ ਦਾ ਟੀਚਰ ਸੀਗਾ। ਡੀਓ ਸਾਹਿਬ ਮੈਂ ਕਿਹਾ ਜੀ ਆਹ ਚੀਜ਼ ਹੋ ਰਹੀ ਹੈ ਜੀ ਸਕੂਲ ਦੇ ਵਿੱਚ, ਇਹਨੂੰ ਇਮੀਡੀਏਟਲੀ ਰੋਕਿਆ ਜਾਣਾ ਚਾਹੀਦਾ ਕਿਉਂਕਿ ਸੈਕਸੁਅਲ ਹਰਾਸਮੈਂਟ ਹੋ ਰਹੀ ਆ। ਕਿਉਂਕਿ ਪੋਸਕੋ ਐਕਟ ਲੱਗਦਾ ਸੀ ਉਹ ਛੋਟੀ ਗੱਲ ਨਹੀਂ ਹੈ ਜੀ, ਸਾਨੂੰ ਬੱਚੀਆਂ ਦੀ ਚਿੰਤਾ ਸੀ ਔਰ ਇਹਨਾਂ ਦਾ ਹਾਲਾਤ ਜਿਹੜੇ ਆ ਬਈ ਸ਼ਾਇਦ ਉਹਨੂੰ ਬਚਾਉਣ ਵੱਲ ਲੱਗਦੇ ਪਏ ਆ ਵੀ ਇਹ ਕਾਰਵਾਈ ਕਰਨ ਦੇ ਹੱਕ 'ਚ ਨਹੀਂ ਹੈ। ਕਿਉਂਕਿ ਅਗਰ ਚਾਹੁੰਦੇ ਤਾਂ ਇਮੀਡੀਏਟਲੀ ਮੇਰੇ ਨਾਲ ਉੱਠ ਕੇ ਸਕੂਲ ਦੇ ਵਿੱਚ ਜਾਂਦੇ, ਵਿਜ਼ਿਟ ਕਰਦੇ ਜਾਂ ਕੋਈ ਇਨਕੁਆਇਰੀ ਲਾਉਂਦੇ, ਮੇਰੇ ਨਾਲ ਚੱਲਦੇ। ਇੱਥੇ ਡੀਓ ਸਾਹਿਬ ਨੇ ਸਭ ਤੋਂ ਵੱਡਾ ਖਮਿਆਜਾ ਜਿਹੜਾ ਸਾਨੂੰ ਦਿਖਾਇਆ ਉਹ ਆਪਣੀ ਡਿਊਟੀ ਕੁਤਾਹੀ ਵਰਤਦੇ ਹੋਏ ਇੱਥੋਂ ਪਤਾ ਲੱਗਾ ਸਾਨੂੰ। ਇਹਨੂੰ ਕਹਿੰਦੇ ਅਸੀਂ ਬੱਚਿਆਂ ਨੂੰ ਉਹਨੂੰ ਚੱਕ ਕੇ ਅਸੀਂ ਦੂਸਰੇ ਸਕੂਲ ਦੇ ਵਿੱਚ ਸ਼ਿਫਟ ਕਰ ਦਿੱਤਾ। ਮੈਂ ਕਿਹਾ ਜੀ ਇਹ ਤਾਂ ਤੁੱਕ ਬੰਦਾ ਹੀ ਨਹੀਂ ਹੈ, ਪਹਿਲਾਂ ਉਹਦੇ ਤੇ ਬਣਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਕੋਈ ਵੀ ਕਿਤੇ ਵੀ ਉਸ ਬੱਚੀਆਂ ਵਾਸਤੇ ਕੋਈ ਵੀ ਰਹਿਮ ਨਹੀਂ ਦੇਖਿਆ ਗਿਆ। ਸ਼ਾਇਦ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਕਿ ਸ਼ਾਇਦ ਇਹਨਾਂ ਦੇ ਕੋਈ ਬੇਟੀ ਨਹੀਂ ਹੈਗੀ। ਜੇ ਬੇਟੀ ਹੁੰਦੀ ਤਾਂ ਸ਼ਾਇਦ ਉਹਨਾਂ ਦਰਦ ਮਹਿਸੂਸ ਹੁੰਦਾ। ਅਸੀਂ ਉਸ ਚੀਜ਼ ਨੂੰ ਅਸੀਂ ਮੋਮਬੱਤੀਆਂ ਜਗਾ ਕੇ ਜਸਟਿਸ ਨਹੀਂ ਮੰਗਣਾ। ਅਸੀਂ ਉਸ ਰੇਪ ਨੂੰ ਪਹਿਲਾਂ ਹੀ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਥੇ ਆਹ ਗਲਤ ਕੰਮ ਹੋ ਰਿਹਾ, ਇਹਨੂੰ ਰੋਕਿਆ ਜਾਵੇ। ਇਸ ਚੀਜ਼ ਦੇ ਉੱਤੇ ਜਦੋਂ ਅੱਜ ਅਸੀਂ ਦੇਖਿਆ ਕਿ ਅਸੀਂ ਕਿਹਾ ਫਿਰ ਇਹ ਤਾਂ ਹਾਰ ਬਣਦਾ ਵੀ ਜਾਂ ਤਾਂ ਕੋਈ ਨਾ ਕੋਈ ਚੀਜ਼ ਅਸੀਂ ਐਸੀ ਕਰੀਏ ਜਿਹਦੇ ਨਾਲ ਇਹਨਾਂ ਨੂੰ ਸ਼ਰਮ ਆਵੇ ਜੁੱਤੀਆਂ ਦੇ ਹਾਰ ਪਾਉਣ ਦੇ ਵਾਸਤੇ। ਉਦੋਂ ਬਾਅਦ ਇਮੀਡੀਏਟਲੀ ਮੇਰੇ ਉੱਤੇ ਇੱਕ 5 ਨੰਬਰ ਥਾਣੇ 'ਚ ਕੰਪਲੇਂਟ ਦੇ ਦਿੱਤੀ ਗਈ। ਤੁਹਾਡੇ ਖਿਲਾਫ ਕੰਪਲੇਂਟ ਦਿੱਤੀ ਕਿਨੇ? ਡੀਓ ਸਾਹਿਬ ਨੇ? ਡੀਓ ਸਾਹਿਬ ਨੇ ਦਿੱਤੀ ਹੈ। ਜੇ ਮੇਰੇ ਇੱਕ ਹਾਰ ਪਾਉਣ ਨਾਲ ਕੰਪਲੇਂਟ ਦੇ ਦਿੱਤੀ ਗਈ ਹੈ ਤੇ ਯਾਰ ਅਸੀਂ ਤਾਂ ਉਹ ਬੱਚੀਆਂ ਦੇ ਰੇਪ ਹੋਣ ਤੋਂ ਬਚਾਉਣ ਵਾਸਤੇ ਤੁਹਾਨੂੰ ਕੰਮ ਦਿੱਤਾ ਤੇ ਉਹ ਤਾਂ ਇੰਨੀ ਜਲਦੀ ਹੋਇਆ ਨਹੀਂ। ਲੁਧਿਆਣਾ ਦੇ ਡੀਈਓ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਉਦੋਂ ਚਰਚਾ ਦੇ ਵਿੱਚ ਆਉਂਦੇ ਨੇ ਜਦੋਂ ਕੁਝ ਵਿਅਕਤੀ ਉਹਨਾਂ ਦੇ ਕੋਲ ਜਾਂਦੇ ਨੇ, ਉਹਨਾਂ ਨੂੰ ਹਾਰ ਪਾਉਂਦੇ ਨੇ ਤਾਂ ਹਾਰ ਪਾਉਂਦੇ ਇੱਕ ਹਾਰ ਜਿਹੜਾ ਉਹ ਲੋਕ ਜਿਹੜੇ ਨੇ ਜੁੱਤੀਆਂ ਦਾ ਵੀ ਪਾ ਦਿੰਦੇ ਨੇ। ਤਾਂ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਉਹ ਜੁੱਤੀਆਂ ਦਾ ਹਾਰ ਕਿਉਂ ਪਾਇਆ ਤੇ ਕਿਸਨੇ ਪਾਇਆ। ਜਿਸ ਵਿਅਕਤੀ ਨੇ ਪਾਇਆ ਉਹ ਸਭ ਤੋਂ ਪਹਿਲਾਂ ਸਾਡੇ ਨਾਲ ਇੱਥੇ ਮੌਜੂਦ ਨੇ, ਰਜਿੰਦਰ ਘਈ ਜੀ ਨੇ, ਪੇਰੈਂਟਸ ਐਸੋਸੀਏਸ਼ਨ ਦੇ ਨਾਲ ਨੇ। ਬਹੁਤ ਜਦੋਂ ਸਾਰਾ ਕਰੋਨਾ ਕਾਲ ਦੇ ਵਿੱਚ ਸਕੂਲਾਂ ਦੇ ਨਾਲ ਰੌਲਾ ਚੱਲਦਾ ਸੀਗਾ ਤਾਂ ਉਦੋਂ ਵੀ ਵੱਧ ਚੜ ਕੇ ਇਹਨਾਂ ਨੇ ਕੰਮ ਕੀਤਾ, ਸੰਘਰਸ਼ ਕੀਤਾ। ਇਹਨਾਂ ਨੇ ਹੀ ਅੱਜ ਉੱਥੇ ਮੌਜੂਦ ਸੀ ਤੇ ਇਹਨਾਂ ਨੇ ਹੀ ਉਦੋਂ ਡੀਈਓ ਨੂੰ ਜੁੱਤੀਆਂ ਦਾ ਹਾਰ ਪਾਇਆ। ਤਾਂ ਸਭ ਤੋਂ ਪਹਿਲਾਂ ਘਈ ਸਾਹਿਬ ਅਸਲ ਦੇ ਵਿੱਚ ਹੋਇਆ ਕੀ ਸੀ ਕਿਉਂ ਤੁਸੀਂ ਉੱਥੇ ਗਏ ਸੀ ਤੇ ਜੁੱਤੀਆਂ ਦਾ ਹਾਰ ਕਿਉਂ ਪਾਇਆ ਤੁਸੀਂ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਵਾਂਗਾ ਕਿ ਸ਼ਰਮਨਾਕ ਹਰਕਤ ਹੈ ਸਾਡੀ ਸਰਕਾਰ ਦੀ ਡਿਪਾਰਟਮੈਂਟ ਦੀ। ਜੇ ਸਰਕਾਰੀ ਡਿਪਾਰਟਮੈਂਟ ਆਪਣਾ ਕੰਮ ਨਹੀਂ ਕਰਦਾ ਪਿਆ ਤੇ ਅੱਕ ਕੇ ਸਾਨੂੰ ਕੁਛ ਨਾ ਕੁਛ ਤਾਂ ਕਰਨਾ ਹੀ ਪਏਗਾ। ਪ੍ਰਾਈਵੇਟ ਸਕੂਲਾਂ ਤੇ ਤੁਸੀਂ ਨਹੀਂ ਕੰਮ ਕਰ ਰਹੇ, ਨਾ ਕਰੋ। ਤੁਸੀਂ ਬੱਚੇ ਸਕੂਲਾਂ ਚੋਂ ਬਾਹਰ ਕੱਢੇ ਹੋਏ ਆ, ਤੁਸੀਂ ਉਹਨਾਂ ਦੇ ਕੰਮ ਨਹੀਂ ਕਰਦੇ ਪਏ, ਨਾ ਕਰੋ। 3.5 ਮਹੀਨੇ ਹੋ ਗਏ ਬੱਚੇ ਬਾਹਰ ਕੱਢਿਆਂ ਨੂੰ, ਕੰਪਲੇਂਟਾਂ ਦਿੱਤੀਆਂ ਨੂੰ, ਕਾਰਵਾਈਆਂ ਨਹੀਂ ਹੋਈਆਂ। ਇੱਕ ਅਲੱਗ ਗੱਲ ਆ, ਪਰ ਅੱਜ ਜਿਹੜੀ ਗੱਲ ਹੋਈ ਆ ਉਹ ਮਜਬੂਰਨ ਸਾਨੂੰ ਇਹਨਾਂ ਦੇ ਕਿਉਂ ਪਾਣਾ ਪੈ ਗਿਆ ਹਾਰ, ਕਿਉਂਕਿ ਇਹ ਗੱਲ ਅੱਜ ਸਾਡੀਆਂ ਧੀਆਂ ਦੀ ਸੀ, ਬੱਚੀਆਂ ਦੀ ਸੀ, ਜਿਸ ਦੇ ਉੱਤੇ ਇਮੀਡੀਏਟਲੀ ਰਿਐਕਟ ਹੋਣਾ ਚਾਹੀਦਾ ਸੀ। ਪਰ ਇਸ ਡੀਓ ਨੇ ਮਿਲੀ ਭੁਗਤ ਦੇ ਨਾਲ ਅੱਜ 30 ਤਰੀਕ ਹੋ ਗਈ ਹੈ ਔਰ 17 ਤਰੀਕ ਦੀ ਕੰਪਲੇਂਟ ਦਿੱਤੀ ਹੋਣ ਦੇ ਵਾਪਸ। ਕੰਪਲੇਂਟ ਕਿਹੜੀ ਸੀਗੀ, ਕਿਹੜੀ ਕੰਪਲੇਂਟ ਦਾ ਰੋਸ ਸੀ ਜਿਹਦੇ ਕਰਕੇ ਅੱਜ ਤੁਸੀਂ ਗਏ? ਜੀ, ਅੱਜ ਮੈਂ ਤੁਹਾਨੂੰ ਕੰਪਲੇਂਟ ਵੀ ਦੱਸਾਂਗਾ, ਪੂਰੀ ਵਾਰਤਾਲਾਪ ਦੱਸਾਂਗਾ ਵੀ ਸਾਨੂੰ ਮਜਬੂਰਨ ਇਹ ਕਿਉਂ ਕਰਨਾ ਪਿਆ ਔਰ ਕਰਨਾ ਜ਼ਰੂਰੀ ਬਣਦਾ ਸੀ। ਉਹਦਾ ਇੱਕ ਟੁਕ ਸੀ, ਸਾਡੀਆਂ ਸਕੂਲ ਹੈ ਸਰਕਾਰੀ ਧਨਾਂਸੂ ਸਕੂਲ। ਸਾਨੂੰ 15 ਤਰੀਕ ਨੂੰ ਉੱਥੋਂ ਇੱਕ ਫੋਨ ਆਇਆ ਬੱਚੀਆਂ ਦਾ। ਸਾਨੂੰ ਨਹੀਂ ਪਤਾ ਕਿਸ ਬੱਚੀ ਨੇ ਕੀਤਾ ਸੀ, ਕੀ ਨੇ ਨਹੀਂ ਕੀਤਾ। ਸਾਨੂੰ ਬੱਚੀ ਦਾ ਫੋਨ ਆਇਆ ਕਿ ਸਾਡੇ ਨਾਲ ਸਰਕਾਰੀ ਸਕੂਲ ਧਨਾਂਸੂ ਸਕੂਲ ਤੋਂ ਅਸੀਂ ਬੋਲਦੇ ਆ ਵੀ ਸਰ ਸਾਡੇ ਨਾਲ ਸੈਕਸੁਅਲ ਹਰਾਸਮੈਂਟ ਮਤਲਬ ਸਾਡੇ ਤੇ ਸਾਡੇ ਛਾਤੀ ਦੇ ਉੱਤੇ ਹੱਥ ਫੇਰਿਆ ਜਾਂਦਾ ਪਿਆ ਆ। ਸੋ ਇੰਨੀਆਂ ਗੱਲਾਂ ਸੁਣ ਕੇ ਸਾਡਾ ਪਹਿਲਾਂ ਖੂਨ ਖੋਲਦਾ ਕਿ ਯਾਰ ਕੌਣ ਇਹੋ ਜਿਹੇ ਕੰਮ ਕਰਦਾ ਪਿਆ। ਜਦੋਂ ਸਾਡੇ ਕੋਲ ਪਹੁੰਚੀ ਗੱਲ ਤਾਂ ਅਸੀਂ ਉਸ ਨੂੰ ਦੇਖਦੇ ਹੋਏ ਦੂਸਰੇ ਦਿਨ ਮੈਂ ਆਪਣੀ ਟੀਮ ਨਾਲ ਗੱਲ। ਕਿਸਨੇ ਸੀਗਾ ਉਹਨਾਂ ਨਾਲ ਇਹ ਗਲਤ ਕੰਮ ਕੀਤਾ? ਦੱਸ ਰਹੇ ਆ ਜੀ, ਦੇਖੋ ਉਸ ਥਾਂ ਦੇ ਵਿੱਚ ਜਿਹੜੀ ਬੱਚੀ ਨੇ ਸਾਡੇ ਨਾਲ ਫੋਨ ਤੇ ਦੱਸਿਆ ਉਹ ਸਕੂਲ ਦਾ ਟੀਚਰ ਸੀਗਾ। ਉਹ ਸਕੂਲ ਦਾ ਟੀਚਰ। ਸਭ ਤੋਂ ਵੱਡੀ ਗੈਰ ਜ਼ਿੰਮੇਵਾਰੀ ਇਹਨਾਂ ਦੀ ਕੀ ਹੋ ਗਈ ਕਿ ਉੱਥੇ ਉਹ ਸਕੂਲ ਦੇ ਟੀਚਰਾਂ ਨੂੰ ਵੀ ਪਤਾ ਸੀ ਔਰ ਇੱਥੇ ਤੱਕ ਕਿ ਡੀਓ ਸਾਹਿਬ ਨੂੰ ਵੀ ਪਤਾ ਸੀ, ਜੋ ਸਾਨੂੰ ਪਤਾ ਲੱਗਾ ਭਰੋਸੇਯੋਗ ਸੂਤਰਾਂ ਤੋਂ। ਪਰ ਅਸੀਂ ਉਸ ਚੀਜ਼ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕਿਤੇ ਗਲਤ ਨਾ ਹੋਈਏ।
ਅਸੀਂ ਆਪਣੀ ਲਾਮ ਲਸ਼ਕਰ ਲੈ ਕੇ ਆਪਣੀ ਟੀਮ ਲੈ ਕੇ ਪੇਰੈਂਟਸ ਐਸੋਸੀਏਸ਼ਨ ਸਮੁੱਚੀ ਵਾਰਡਾਂ ਦੇ ਪ੍ਰਧਾਨ 15 ਵਾਰਡਾਂ ਦੇ ਪ੍ਰਧਾਨ ਮੇਰੇ ਨਾਲ ਉੱਥੇ ਗਏ। ਅਸੀਂ ਉੱਥੇ ਪਹੁੰਚੇ ਔਰ ਵਿਦ ਮੀਡੀਆ ਲੈ ਕੇ ਗਏ। ਵਿਦ ਮੀਡੀਆ ਦੇ ਵਿੱਚ ਜਦੋਂ ਅਸੀਂ ਬਿਆਨ ਜਾ ਕੇ ਬੱਚੀਆਂ ਨੂੰ ਪੁੱਛਿਆ, ਅਸੀਂ ਉਹਨਾਂ ਨੂੰ ਬੈਡ ਟੱਚ ਔਰ ਗੁੱਡ ਟੱਚ ਦੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਤੇ ਜਦੋਂ ਅਸੀਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਬੱਚੀਆਂ ਨੇ ਹੱਥ ਖੜਾ ਕੀਤਾ ਕਿ ਸਾਡੇ ਨਾਲ ਬੈਡ ਟੱਚ ਹੁੰਦਾ ਪਿਆ ਜੀ। ਅਸੀਂ ਉਹ ਬੱਚੀਆਂ ਨੂੰ ਆਪਣੀਆਂ ਧੀਆਂ ਮੰਨਦੇ ਹੋਏ ਇਸ ਚੀਜ਼ ਨੂੰ ਖੰਗਾਲਿਆ ਕਿ ਬੇਟਾ ਕੀ ਹੁੰਦਾ ਤੇਰੇ ਨਾਲ, ਤੂੰ ਸਾਨੂੰ ਦੱਸ ਸਕਦੀ ਹੈ। ਉਸ ਬੱਚੀ ਨੇ ਮੀਡੀਆ, ਜਿੱਦਾਂ ਅੱਜ ਮੈਂ ਬਿਆਨ ਦਿੰਦਾ ਐਦਾਂ ਹੀ ਉਸ ਬੱਚੀਆਂ ਨੇ ਮੀਡੀਆ ਦੇ ਵਿੱਚ ਬਿਆਨ ਦਿੱਤੇ। ਅਸੀਂ ਉਹ ਬੱਚੀਆਂ ਦੇ ਇੱਕ ਤੋਂ ਨਹੀਂ ਬਿਆਨ ਲਏ, 7ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਅਸੀਂ ਉਹ ਬੱਚੀਆਂ ਦੇ ਸਾਰੀਆਂ ਦੇ ਬਿਆਨ ਲਏ ਔਰ ਸਾਰੀਆਂ ਬੱਚੀਆਂ ਨੇ ਸਾਡੇ ਕੋਲ ਬਿਆਨ ਰਿਕਾਰਡਡ ਪਏ ਨੇ। ਜੇ ਕਹੋ ਤਾਂ ਮੈਂ ਸ਼ੋਅ ਵੀ ਕਰ ਸਕਦਾ ਹੁਣ ਵੀ ਇਸ ਟਾਈਮ। ਉਸ ਬਿਆਨਾਂ ਦੇ ਅਕੋਰਡਿੰਗ ਅਸੀਂ ਸਾਰਾ ਕੁਝ ਕਵਰ ਅਪ ਕਰਕੇ 17 ਤਰੀਕ ਨੂੰ ਡੀਓ ਸਾਹਿਬ ਕੋ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਡੀਓ ਸਾਹਿਬ ਕੋ ਪਹੁੰਚੇ। ਡੀਓ ਸਾਹਿਬ, ਮੈਂ ਕਿਹਾ ਜੀ ਆਹ ਚੀਜ਼ ਹੋ ਰਹੀ ਹੈ ਜੀ ਸਕੂਲ ਦੇ ਵਿੱਚ, ਇਹਨੂੰ ਇਮੀਡੀਏਟਲੀ ਰੋਕਿਆ ਜਾਣਾ ਚਾਹੀਦਾ ਕਿਉਂਕਿ ਸੈਕਸੁਅਲ ਹਰਾਸਮੈਂਟ ਹੋ ਰਹੀ ਆ। ਕਿਉਂਕਿ ਪੋਸਕੋ ਐਕਟ ਲੱਗਦਾ ਸੀ, ਉਹ ਛੋਟੀ ਗੱਲ ਨਹੀਂ ਹੈ ਜੀ। ਸਾਨੂੰ ਬੱਚੀਆਂ ਦੀ ਚਿੰਤਾ ਸੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਸ ਬੱਚੀ ਦੇ ਹੱਥ ਲਾਇਆ ਜਾ ਰਿਹਾ ਸੀ ਜਾਂ ਘਰੋਨੀ ਹਰਕਤ ਕੀਤੀ ਜਾ ਰਹੀ ਸੀ, ਉਸ ਬੱਚੀ ਦਾ ਲੱਤਾਂ ਤੋਂ ਆਪਰੇਸ਼ਨ ਹੋਇਆ ਸੀ। ਉਹ ਬੱਚੀ ਤੁਰ ਫਿਰ ਨਹੀਂ, ਭੱਜ ਨਹੀਂ ਸਕਦੀ ਸੀ। ਜੋ ਬੱਚੀ ਨੇ ਸਾਡੇ ਨਾਲ ਬਿਆਨ ਦਿੱਤੇ, ਵਿਕਲਾਂਗ ਸੀ ਬੱਚੀ ਜੀ, ਉਸ ਬੱਚੀ ਨੇ ਮੈਨੂੰ ਇਹ ਗੱਲ ਕਹੀ ਕਿ ਸਰ ਮੈਂ ਨਹੀਂ ਭੱਜ ਸਕਦੀ, ਇਸ ਕਰਕੇ ਸਰ ਪਹਿਲਾਂ ਮੈਨੂੰ ਹੀ ਵੜਦੇ ਨੇ। ਫਿਰ ਅਸੀਂ ਉਹ ਜਦੋਂ ਬੱਚੇ ਦੇ ਬਿਆਨ ਲੈ ਕੇ ਆਏ ਤਾਂ ਅਸੀਂ ਡੀਓ ਸਾਹਿਬ ਨੂੰ ਦਿਖਾਏ ਔਰ ਪ੍ਰੂਵ ਕਰ ਦਿੱਤਾ ਕਿ ਆਹ ਬੱਚੀਆਂ ਦੇ ਨਾਲ ਸਾਰਾ ਕੁਝ ਹੋ ਰਿਹਾ ਔਰ ਆਹ ਟੀਚਰਾਂ ਵੀ ਕਹਿ ਰਹੀਆਂ ਨੇ ਉੱਥੇ। ਜਦੋਂ ਅਸੀਂ ਟੀਚਰਾਂ ਤੋਂ ਵੀ ਲਏ ਬਿਆਨ, ਟੀਚਰਾਂ ਤੋਂ ਵੀ ਅਸੀਂ ਪੁੱਛਿਆ ਕਿ ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਰੋਕਿਆ। ਉਹ ਕਹਿੰਦੇ ਜੀ ਅਸੀਂ ਇਹਨੂੰ ਇੱਕ ਵਾਰੀ ਕਹਿ ਕੇ ਦਿੱਤਾ ਸੀ, ਅਸੀਂ ਇਹਨੂੰ ਕਿਹਾ ਸੀ ਵੀ ਤੂੰ ਅਗਲੀ ਵਾਰ ਤੋਂ ਇਦਾਂ ਦੀ ਹਰਕਤਾਂ ਨਾ ਕਰੇ। ਅਸੀਂ ਉਹਨੂੰ ਇੱਕ ਵਾਰਨਿੰਗ ਦਿੱਤੀ ਸੀ, ਪਰ ਵਾਰਨਿੰਗ ਦੇ ਬਾਅਦ ਵੀ ਉਸ ਬੱਚੀਆਂ ਨੇ ਫਿਰ ਸਾਡੇ ਨਾਲ ਜਦੋਂ ਫੋਨ ਤੇ ਰਾਬਤਾ ਕਾਇਮ ਹੋਇਆ ਤੇ ਅਸੀਂ ਇਮੀਡੀਏਟਲੀ ਕੰਮ ਕੀਤਾ। ਪਰ ਸਾਨੂੰ ਡੀਓ ਸਾਹਿਬ ਵੱਲੋਂ ਕੋਈ ਵੀ ਇਨਫੋਰਮੇਸ਼ਨ ਜਾਂ ਕੋਈ ਵੀ ਇਸ ਚੀਜ਼ ਦੇ ਉੱਤੇ ਕੰਮ ਕਰਦਾ ਨਜ਼ਰ ਨਹੀਂ ਆਇਆ। ਕੰਪਲੇਂਟ ਤੋਂ ਬਾਅਦ ਤੁਸੀਂ ਪੈਰਵਾਈ ਨਹੀਂ ਕੀਤੀ ਆਪਣੀ ਕੰਪਲੇਂਟ ਦੀ? ਵੀਡੀਓ ਸਾਹਿਬ ਕਰ ਰਹੇ ਨੇ ਉੱਤੇ ਕੋਈ ਕਾਰਵਾਈ ਜਾਂ ਨਹੀਂ ਕਰ ਰਹੇ, ਜਾਂ ਉਸ ਨੂੰ ਜਿਸ ਵਿਅਕਤੀ ਦੇ ਇਲਜ਼ਾਮ ਸੀ ਉਹਨੂੰ ਸਸਪੈਂਡ ਕੀਤਾ ਕਿ ਨਹੀਂ ਕੀਤਾ? ਅਸੀਂ ਬਿਲਕੁਲ ਕੀਤਾ ਜੀ। ਅਸੀਂ 17 ਤਰੀਕ ਨੂੰ ਅਸੀਂ ਜਦੋਂ ਡੀਓ ਸਾਹਿਬ ਨੂੰ ਫਿਜ਼ੀਕਲੀ ਆਪ ਮਿਲਣ ਗਿਆ, ਮੈਂ ਆਪ ਮਿਲਿਆ, ਸਭ ਕੁਝ ਦੱਸਿਆ। ਦੱਸਣ ਦੇ ਬਾਵਜੂਦ ਇਹਨਾਂ ਦਾ ਮੈਨੂੰ ਬਿਆਨ ਆ ਰਿਹਾ ਡੀਓ ਸਾਹਿਬ ਦਾ ਕਿ ਤੁਸੀਂ ਦੇ ਦਿਓ, ਮੈਂ ਇਨਕੁਆਇਰੀ ਕਰਾਂਗਾ। ਉਹ ਯਾਰ ਸਾਡੇ ਕੋਲ ਪੁਖਤਾ ਸਬੂਤ ਪਏ ਨੇ, ਬੱਚੀਆਂ ਬਿਆਨ ਦੇ ਰਹੀਆਂ, ਮੀਡੀਆ ਦੇ ਵਿੱਚ ਵਾ। ਉਹ ਮੇਰਾ ਪਰਸਨਲ ਕੈਮਰਾ ਨਹੀਂ ਸੀ, ਉਹ ਮੀਡੀਆ ਦੇ ਵਿੱਚ ਬਿਆਨ ਸੀ। ਉਹ ਬਿਆਨਾਂ ਦੇ ਆਧਾਰ ਦੇ ਉੱਤੇ ਉਸ ਬੰਦੇ ਨੂੰ ਸਸਪੈਂਡ ਕਰਦਾ ਬਣਦਾ ਸੀ ਇਮੀਡੀਏਟਲੀ, ਪਰ ਉਸ ਦੀ ਇਮੀਡੀਏਟਲੀ ਕੋਈ ਉਹਦੇ ਤੇ ਰਿਐਕਟ ਨਹੀਂ ਕੀਤਾ ਗਿਆ। ਉਲਟਾ ਮੇਰੇ ਕੋਲੋਂ ਵੀਡੀਓ ਮੰਗੀਆਂ ਗਈਆਂ। ਉਹ ਵੀਡੀਓ ਮੈਂ ਇਹਨਾਂ ਨੂੰ ਦੇਖਿਆ ਕਿ ਇਹਨਾਂ ਦਾ ਹਾਲਾਤ ਜਿਹੜੇ ਆ ਬਈ ਸ਼ਾਇਦ ਉਹਨੂੰ ਬਚਾਉਣ ਵੱਲ ਲੱਗਦੇ ਪਏ ਆ, ਵੀ ਇਹ ਕਾਰਵਾਈ ਕਰਨ ਦੇ ਹੱਕ 'ਚ ਨਹੀਂ ਹੈ। ਕਿਉਂਕਿ ਅਗਰ ਚਾਹੁੰਦੇ ਤਾਂ ਇਮੀਡੀਏਟਲੀ ਮੇਰੇ ਨਾਲ ਉੱਠ ਕੇ ਸਕੂਲ ਦੇ ਵਿੱਚ ਜਾਂਦੇ, ਵਿਜ਼ਿਟ ਕਰਦੇ ਜਾਂ ਕੋਈ ਇਨਕੁਆਇਰੀ ਲਾਉਂਦੇ, ਮੇਰੇ ਨਾਲ ਚੱਲਦੇ। ਇੱਥੇ ਡੀਓ ਸਾਹਿਬ ਨੇ ਸਭ ਤੋਂ ਵੱਡਾ ਖਮਿਆਜਾ ਜਿਹੜਾ ਸਾਨੂੰ ਦਿਖਾਇਆ, ਉਹ ਆਪਣੀ ਡਿਊਟੀ ਕੁਤਾਹੀ ਵਰਤਦੇ ਹੋਏ ਇੱਥੋਂ ਪਤਾ ਲੱਗਾ ਸਾਨੂੰ। ਉਸ ਚੀਜ਼ ਤੋਂ ਬਾਅਦ ਅਸੀਂ ਜਦੋਂ 19 ਤਰੀਕ ਨੂੰ ਦੇਖਿਆ ਕਿ ਯਾਰ ਕੋਈ ਹਲਚਲ ਹੈ ਹੀ ਨਹੀਂ ਇਹਨਾਂ ਦੀ। 19 ਤਰੀਕ ਨੂੰ ਸ਼ਾਮ ਨੂੰ, ਦਿਨ ਐਤਵਾਰ ਨੂੰ, ਮੈਂ ਸੀਐਮ ਸਾਹਿਬ ਨੂੰ, ਸਿੱਖਿਆ ਮੰਤਰੀ ਨੂੰ, ਡੀਪੀਆਈ ਨੂੰ, ਡੀਸੀ ਸਾਹਿਬ ਨੂੰ, ਸੀਪੀ ਸਾਹਿਬ ਨੂੰ, ਡੀਓ ਸਾਹਿਬ ਨੂੰ, ਡੀਜੀਐਸਸੀ ਨੂੰ, ਸਾਰਿਆਂ ਨੂੰ ਮੇਲ ਕਰ ਦਿੱਤੀਆਂ। ਔਰ ਉਹ ਜਿਹੜੀਆਂ ਵਾਰਤਾਲਾਪ ਸਾਡੀਆਂ ਸੀਗੀਆਂ, ਉਹ ਅਸੀਂ ਵੀਡੀਓ ਜਿਹੜੀਆਂ ਸੀ ਉਹ ਅਸੀਂ ਅਟੈਚ ਕਰਕੇ ਨਾਲ ਦੇਤੀਆਂ, ਮੇਲ ਦੇ ਲਾਤੀਆਂ। ਮੇਲ ਦੇ ਨਾਲ ਲਗਾਉਣ 'ਤੇ ਸਾਨੂੰ ਇਮੀਡੀਏਟਲੀ ਜਦੋਂ ਸ਼ਾਮ ਨੂੰ ਅਸੀਂ 4, 4:30, 5 ਵਜੇ ਮੇਲ ਕੀਤੀ ਤੇ ਸਵੇਰੇ 11:23 ਤੇ ਮੈਨੂੰ ਸੋਮਵਾਰ ਨੂੰ ਮੇਲ ਦਾ ਰਿਵਰਟ ਆ ਗਿਆ ਕਿ ਇਹ ਜਿਹੜੀ ਹੈਗੀ ਆ 45 ਅਫਸਰ ਲਗਾ ਦਿੱਤੇ ਗਏ ਨੇ। ਡੀਓ ਸਾਹਿਬ ਵੱਲੋਂ ਕੁਝ ਨਹੀਂ ਲਗਾਇਆ ਗਿਆ। ਮੇਲ ਦੇ ਉੱਤੇ 45 ਅਫਸਰ ਸਾਨੂੰ ਦੱਸਿਆ ਗਿਆ ਕਿ ਡੀਓ ਸਾਹਿਬ ਦਾ 45 ਅਫਸਰ ਲਗਾ ਦਿੱਤਾ ਗਿਆ। ਤੇ ਅਸੀਂ ਡੀਓ ਸਾਹਿਬ ਨੂੰ ਜਦੋਂ ਪੁੱਛਣ ਨੇ ਜਾਂਦੇ ਆ ਤਾਂ ਡੀਓ ਸਾਹਿਬ ਸੀਟ ਤੇ ਨਹੀਂ ਮਿਲੇ ਸਾਨੂੰ। ਚਲੋ ਅਨਫੋਰਚੂਨੇਟਲੀ ਹੋ ਸਕਦਾ ਕਿਤੇ ਮੀਟਿੰਗ 'ਚ ਹੋ ਸਕਦਾ, ਕੋਈ ਹੋਰ ਪਤਾ ਨਹੀਂ 100 ਕੰਮ ਨੇ ਉਹਨਾਂ ਦੇ, ਹੈ ਨਾ। ਚਲੋ ਅਸੀਂ ਉਸ ਚੀਜ਼ ਦੇ ਉੱਤੇ ਜਦੋਂ ਗੱਲ ਕੀਤੀ, ਸਾਨੂੰ ਕੋਈ ਫੈਸਲਾ ਜਾਂ ਇਹਨਾਂ ਵੱਲੋਂ ਕੋਈ ਰਿਐਕਟ ਮਿਲਿਆ ਹੀ ਨਹੀਂ ਕਿ ਮੈਂ ਉਹਦੇ ਤੇ ਆਹ ਕੰਮ ਕਰ ਰਿਹਾ। ਮੈਨੂੰ ਕਹਿੰਦੇ ਅਸੀਂ ਬੱਚਿਆਂ ਨੂੰ ਉਹਨੂੰ ਚੱਕ ਕੇ ਅਸੀਂ ਦੂਸਰੇ ਸਕੂਲ ਦੇ ਵਿੱਚ ਸ਼ਿਫਟ ਕਰ ਦਿੱਤਾ। ਮੈਂ ਕਿਹਾ ਜੀ ਇਹ ਤਾਂ ਤੁੱਕ ਬਣਦਾ ਹੀ ਨਹੀਂ ਹੈ। ਪਹਿਲਾਂ ਉਹਦੇ ਤੇ ਬਣਦੀ ਕਾਰਵਾਈ ਤਾਂ ਹੋਣੀ ਚਾਹੀਦੀ, ਉਹਨੂੰ ਸਸਪੈਂਸ਼ਨ ਹੋਣੀ ਚਾਹੀਦੀ, ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ। ਜੇ ਨਹੀਂ ਕੀਤਾ ਤਾਂ ਸਰ ਆ ਵੀ ਨਹੀਂ ਇਹਦਾ ਬਦਲੀ ਵੀ ਨਹੀਂ ਬਣਦੀ ਸੀ। ਸੋ ਉਸੇ ਕਰਕੇ ਅੱਜ ਤੁਸੀਂ ਗਏ ਸੀ। ਸੋ ਦੇਖੋ ਉਸ ਚੀਜ਼ ਦੇ ਉੱਤੇ ਬਹੁਤ ਵੱਡਾ ਇਹਨਾਂ ਨੇ ਗਲਤ ਸਟੈਪ ਚੱਕਿਆ ਕਿ ਉਹਨੂੰ ਸਸਪੈਂਡ ਨਹੀਂ ਕੀਤਾ। ਜੇ ਇਨਕੁਆਇਰੀ ਲੱਗਣੀ ਸੀ ਉਸ ਤੋਂ ਸਸਪੈਂਡ ਤੇ ਵੀ ਲੱਗਣੀ ਸੀਗੀ। ਜੇ ਉਹਦੇ 'ਚ ਬਹਾਲ ਹੁੰਦਾ ਤਾਂ ਬਹਾਲ ਹੋ ਜਾਣਾ ਸੀਗਾ। ਪਰ ਸਾਡੇ ਕੋਲ ਤਾਂ ਮੀਡੀਆ ਦਾ ਪ੍ਰੂਫ ਸੀ, ਹਰ ਚੀਜ਼ ਅਸੀਂ ਕਵਰ ਕਰਕੇ ਆਪਣੇ ਆਪ ਨੂੰ ਸਿਕਿਉਰ ਕਰਕੇ ਔਰ ਵਿਦ ਪ੍ਰੂਫ ਇਹਨਾਂ ਨੂੰ ਅਸੀਂ ਸਾਰਾ ਕੁਝ ਦਿੱਤਾ। ਪਰ ਸਾਨੂੰ ਇਹ ਚੀਜ਼ ਤੋਂ ਬਹੁਤ ਗੁਰੇਜ਼ ਹੋਇਆ ਕਿ ਇਹਨਾਂ ਵੱਲੋਂ ਕੋਈ ਵੀ ਕਿਤੇ ਵੀ ਉਸ ਬੱਚੀਆਂ ਵਾਸਤੇ
ਕੋਈ ਵੀ ਰਹਿਮ ਨਹੀਂ ਦੇਖਿਆ ਗਿਆ। ਸ਼ਾਇਦ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਕਿ ਸ਼ਾਇਦ ਇਹਨਾਂ ਦੇ ਕੋਈ ਬੇਟੀ ਨਹੀਂ ਹੈਗੀ। ਜੇ ਬੇਟੀ ਹੁੰਦੀ ਤਾਂ ਸ਼ਾਇਦ ਉਹਨਾਂ ਦਰਦ ਮਹਿਸੂਸ ਹੁੰਦਾ, ਪਰ ਸਾਡੀਆਂ ਧੀਆਂ ਭੈਣਾਂ, ਸਾਡੀਆਂ ਬੱਚੀਆਂ, ਮੇਰੀਆਂ ਖੁਦ ਦੀ ਬੇਟੀ 14 ਸਾਲ ਦੀ ਆ ਤੇ ਸਾਨੂੰ ਪਤਾ ਹੈ ਕਿ ਸਾਡੇ ਤੇ ਕੀ ਬੀਤਦੀ ਹੋਏਗੀ, ਉਹ ਬੱਚੇ ਦੇ ਉੱਤੇ ਕੀ ਬੀਤਦੀ ਪਈ ਹੈ। ਉਸ ਕਰਕੇ ਹੁਣ ਤੁਸੀਂ ਅੱਜ ਦਫ਼ਤਰ ਗਏ। ਅੱਜ ਉਸ ਰੋਸ਼ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਫੋਨ ਵੀ ਕੀਤੇ, ਮੇਰੇ ਸਾਥੀਆਂ ਨੇ ਵੀ ਕੀਤੇ। ਮੈਂ ਤੁਹਾਨੂੰ ਸਨੈਪਸ਼ਾਟ ਦਿਖਾ ਦਿੰਦਾ। ਵੈਸੇ ਇਹਨਾਂ ਨੇ ਅੱਜ SHO ਸਾਹਿਬ ਨੂੰ ਕਹਿ ਕੇ ਆਏ ਵੀ ਮੈਨੂੰ ਫੋਨ ਨਹੀਂ ਆਏ, ਸਾਡੇ ਕੋਲ ਸਨੈਪਸ਼ਾਟ ਪਏ ਆ। ਔਰ ਮੇਰੇ ਬੱਚੇ, ਮੇਰੇ ਜਿੰਨੇ ਵੀ ਹੋਰ ਸਾਥੀ ਨੇ, ਉਹਨਾਂ ਨੇ ਵੀ ਇਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਇਸ ਸਾਥੀ ਨਾਲ ਪਰਸੋਂ ਇਹਨਾਂ ਦੀ ਗੱਲ ਹੋਈ ਕਿ 11:30 ਵਜੇ ਤੁਸੀਂ ਆਓ ਤੇ ਆਪਾਂ ਕੰਪਲੇਂਟ ਦੇ ਦਿੰਨੇ ਆ। ਜਦੋਂ ਅਸੀਂ 11:30 ਵਜੇ, ਮੈਂ ਕਿਹਾ ਚਲੋ ਮੇਰੀ ਗੱਲ ਤਾਂ ਹੋਈ ਇਹਨਾਂ ਨਾਲ, ਅਸੀਂ ਜਾ ਕੇ ਪੁੱਛਾਂਗੇ ਤਾਂ ਸਹੀ। ਲੋ ਜੀ 11:30 ਵਜੇ ਜਦੋਂ ਅਸੀਂ ਉੱਥੇ DC ਆਫਿਸ ਪਹੁੰਚਦੇ ਆ ਤਾਂ ਸਾਡੇ ਫੋਨ ਚੱਕਣੇ, ਇਹਨਾਂ ਦੇ ਫੋਨ ਚੱਕਣੇ ਬੰਦ ਹੋ ਗਏ। ਅਸੀਂ ਉੱਪਰ ਗਏ, ਉੱਪਰ ਹੈ ਨਾ। ਅਸੀਂ ਪੁੱਛਿਆ ਵੀ ਸਾਹਿਬ ਛੁੱਟੀ ਤੇ ਹੈ, ਕੋਈ ਪਤਾ ਨਹੀਂ। ਸਾਹਿਬ ਕਿਤੇ ਇਨਕੁਆਇਰੀ ਤੇ ਗਏ ਆ, ਪਤਾ ਨਹੀਂ। ਸਰ ਇਸ ਚੀਜ਼ ਦੇ ਨਾਲ ਸਾਡਾ ਰੋਸ਼ ਹੋਰ ਵਧਿਆ ਕਿ ਯਾਰ ਇੱਕ ਬੱਚੇ ਦੇ ਨਾਲ ਐਦਾਂ ਦੀ ਹਰਕਤ ਹੁੰਦੀ ਹੋਈ ਹੋਵੇ ਤਾਂ ਸ਼ਾਇਦ ਅਸੀਂ ਵੇਟ ਕਰੀ ਜਾਂਦੇ ਆ। ਫਿਰ ਅੰਦਰ ਵਾਕਿਆ ਕੀ ਵਾਪਰਿਆ? ਜਦੋਂ ਤੁਸੀਂ ਅੰਦਰ ਗਏ ਵਾਕਿਆ ਕੀ ਵਾਪਰਿਆ? ਅੱਜ ਜਿਹੜਾ ਵਾਕਿਆ ਹੋਇਆ ਸੀਗਾ ਜੀ, ਇਸ ਚੀਜ਼ ਨੂੰ, ਰੋਸ਼ ਨੂੰ ਦੇਖਦੇ ਹੋਏ, ਸਾਡੀਆਂ ਵੀ ਕੁੜੀਆਂ ਨੇ, ਅਸੀਂ ਵੀ ਆਪਣੀਆਂ ਬੱਚੀਆਂ ਦੇ ਬਾਪ ਆ। ਸਾਨੂੰ ਇਹ ਲੱਗਿਆ ਕਿ ਜੇ ਸਾਡੀ ਚੀਜ਼ ਤੋਂ ਪਹਿਲਾਂ ਇੱਕ ਦਸਤਕ ਦਿੱਤੀ ਜਾ ਰਹੀ ਹੈ ਕਿ ਇੱਥੇ ਰੇਪ ਹੋ ਸਕਦੇ ਨੇ, ਅਸੀਂ ਉਸ ਚੀਜ਼ ਨੂੰ, ਅਸੀਂ ਮੋਮਬੱਤੀਆਂ ਜਗਾ ਕੇ ਜਸਟਿਸ ਨਹੀਂ ਮੰਗਣਾ। ਅਸੀਂ ਉਸ ਰੇਪ ਨੂੰ ਪਹਿਲਾਂ ਹੀ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਥੇ ਆਹ ਗਲਤ ਕੰਮ ਹੋ ਰਿਹਾ, ਇਹਨੂੰ ਰੋਕਿਆ ਜਾਵੇ। ਪਰ ਜੋ DO ਸਾਹਿਬ ਦੇ ਹਾਲਾਤ ਸੀ, ਸਾਨੂੰ ਲੱਗੇ ਨਹੀਂ ਕਿ ਇਹ ਸਾਡੇ ਨਾਲ ਕੁਝ ਅੱਛਾ ਕਰ ਰਿਹਾ ਜਾਂ ਉਸ ਵਿਅਕਤੀ ਦੇ ਉੱਤੇ ਕੰਮ ਕਰ ਰਿਹਾ। ਪਰ ਇਸ ਚੀਜ਼ ਦੇ ਉੱਤੇ ਜਦੋਂ ਅੱਜ ਅਸੀਂ ਦੇਖਿਆ ਕਿ ਅਸੀਂ ਕਿਹਾ ਫਿਰ ਇਹ ਤਾਂ ਹਾਰ ਬੰਦਾ ਵੀ ਜਾਂ ਤਾਂ ਕੋਈ ਨਾ ਕੋਈ ਚੀਜ਼ ਅਸੀਂ ਐਸੀ ਕਰੀਏ ਜਿਹਦੇ ਨਾਲ ਇਹਨਾਂ ਨੂੰ ਸ਼ਰਮ ਆਵੇ, ਸਰਕਾਰੀ ਡਿਪਾਰਟਮੈਂਟ ਦੇ ਇਸ ਬੰਦੇ ਨੂੰ ਸ਼ਰਮ ਆਵੇ ਕਿ ਜੇ ਤੇਰੀ ਕੁੜੀ ਦੇ ਨਾਲ ਐਦਾਂ ਦੀ ਹਰਕਤ ਹੁੰਦੀ ਤੇ ਤੂੰ ਕੀ ਵੇਟ ਕਰਦਾ। ਅੱਜ ਇੱਕ ਜੁੱਤੀਆਂ ਦੇ ਹਾਰ ਪਾਉਣ ਦੇ ਵਾਸਤੇ ਉਦੋਂ ਬਾਅਦ ਇਮੀਡੀਏਟਲੀ ਮੇਰੇ ਉੱਤੇ ਇੱਕ 5 ਨੰਬਰ ਥਾਣੇ 'ਚ ਕੰਪਲੇਂਟ ਦੇ ਦਿੱਤੀ ਗਈ। ਤੁਹਾਡੇ ਖਿਲਾਫ ਕੰਪਲੇਂਟ ਦਿੱਤੀ ਕਿਹਨੇ? DO ਸਾਹਿਬ ਨੇ? DO ਸਾਹਿਬ ਨੇ ਦਿੱਤੀ ਆ। ਜੇ ਮੇਰੇ ਇੱਕ ਹਾਰ ਪਾਉਣ ਨਾਲ ਕੰਪਲੇਂਟ ਦੇ ਦਿੱਤੀ ਗਈ ਆ ਤੇ ਯਾਰ ਅਸੀਂ ਤਾਂ ਉਹ ਬੱਚੀਆਂ ਦੇ ਰੇਪ ਹੋਣ ਤੋਂ ਬਚਾਉਣ ਵਾਸਤੇ ਤੁਹਾਨੂੰ ਕੰਮ ਦਿੱਤਾ ਤਾਂ ਉਹ ਤਾਂ ਇੰਨੀ ਜਲਦੀ ਹੋਇਆ ਨਹੀਂ। ਰਿਐਕਸ਼ਨ ਕੀ ਰਿਹਾ ਸੀ ਜਦੋਂ ਉਹਨਾਂ ਨੇ ਇੱਕੋ ਦਮ ਦੇਖਿਆ, ਜਿਸ ਤਰ੍ਹਾਂ ਵੀਡੀਓ 'ਚ ਵੀ ਦੇਖਣ ਨੂੰ ਮਿਲਦਾ, ਇੱਕੋ ਦਮ ਜੁੱਤੀਆਂ ਦਾ ਹਾਰ ਪੈ ਗਿਆ, ਉਹਨਾਂ ਦਾ ਰਿਐਕਸ਼ਨ ਕੀ ਸੀ? ਦੇਖੋ ਜੀ, ਹੁਣ ਮੈਂ ਸਾਹਮਣੇ ਜੇ ਅਸੀਂ ਕਹੀਏ ਵੀ ਚੋਰ ਚੋਰੀ ਕਰਦੇ ਨੂੰ ਅਸੀਂ ਕਹੀਏ ਤੂੰ ਚੋਰ ਆ, ਤੇ ਚੋਰ ਸ਼ਾਇਦ ਮੰਨਦਾ ਨਹੀਂ, ਹਨਾ। ਤੇ ਸ਼ਾਇਦ ਅਸੀਂ ਵੀ 3 ਹਾਰ ਐਕਸਟਰਾ ਲੈ ਕੇ ਗਏ ਹੋਏ ਸੀਗੇ ਵੀ ਜੇ ਅਸੀਂ ਜਾ ਕੇ ਕਹਿੰਦੇ DO ਸਾਹਿਬ ਅਸੀਂ ਤੁਹਾਡੇ ਜੁੱਤੀਆਂ ਦਾ ਹਾਰ ਪਾਣਾ, ਤੇ ਸ਼ਾਇਦ DO ਸਾਹਿਬ ਖੜੇ ਹੁੰਦੇ। ਮੇਰੇ ਪੁਆਇੰਟ ਵੀ ਪੂਰੀ ਪਲੈਨਿੰਗ ਨਾਲ ਗਏ ਸੀ। ਬਿਲਕੁਲ ਹੈ ਜੀ, ਜੋ ਸਾਡੇ ਨਾਲ ਹੋ ਰਿਹਾ ਸੀ ਅਸੀਂ ਉਹ ਤੋਂ ਸੱਤੇ ਹੋਏ ਆ। ਮੈਂ ਅੱਜ ਵੀ ਸੱਤਿਆ ਹੋਇਆ। ਜਦ ਤੱਕ DO ਸਾਹਿਬ ਇਹਨਾਂ ਤੇ ਕੰਮ ਨਹੀਂ ਕਰਨਗੇ ਮੈਂ ਤਾਂ DO ਸਾਹਿਬ ਸਸਪੈਂਡ ਕਰਾਉਂਗਾ। DO ਸਾਹਿਬ ਵੀ ਸਸਪੈਂਡ ਹੋਣਗੇ। ਕਿਉਂ? ਉਹ ਬੱਚੀਆਂ ਦੀਆਂ ਜਿਹੜੀਆਂ ਆਹਾਂ ਆ, ਜੋ ਅਸੀਂ ਸੁਣਿਆ ਆ, ਉਹ ਮੇਰੇ ਕੰਨਾਂ 'ਚ ਹਾਲੇ ਵੀ ਰਿਐਕਸ਼ਨ ਕੀ ਸੀ DO ਸਾਹਿਬ ਦਾ ਜਦੋਂ ਜੁੱਤੀਆਂ ਦਾ ਹਾਰ? ਉਹਦਾ ਰਿਐਕਸ਼ਨ ਦੇਖੋ ਜੀ, ਕੁਛ ਨਹੀਂ, ਪਹਿਲਾਂ ਬੈਠੇ ਸੀ, ਅਸੀਂ ਕਿਹਾ ਜੀ ਸਾਡਾ ਤੁਹਾਡਾ ਸਾਹ ਕਰਨਾ ਜੀ, ਥੋੜਾ ਜਿਹਾ ਇੱਜ਼ਤ ਮਾਨ ਜਿਹਾ ਕਰਨਾ ਜੀ, ਤੇ ਇਹ ਬੰਦ ਹੈ। ਮੈਂ ਕਿਹਾ ਜੀ, ਕਹਿੰਦੇ ਜੀ ਉਹ ਕਿਉਂ? ਮੈਂ ਕਿਹਾ ਜੀ ਤੁਸੀਂ ਬਹੁਤ ਵਧੀਆ ਕੰਮ ਕਰੀ ਜਾਂਦੇ ਹੋ ਆ ਕੇ ਇੱਥੇ, ਹਨਾ, ਕਿਸੇ ਵੀ ਕੰਮ ਨੂੰ ਤੁਸੀਂ ਕੋਈ ਅੰਜਾਮ ਨਹੀਂ ਦਿੱਤਾ। ਕਹਿੰਦੇ ਨਹੀਂ ਇਹ ਨਹੀਂ ਬਣਦਾ। ਮੈਂ ਪਾਓ ਯਾਰ ਸਾਹਿਬ ਦੇ ਹਾਰ ਪਾਓ। ਸਾਹਿਬ ਦੇ ਅਸੀਂ ਹਾਰ ਪਵਾਏ ਤੇ ਜਿਹੜਾ ਜੁੱਤੀਆਂ ਦਾ ਹਾਰ ਸੀ ਉਹ ਮੈਂ ਖੁਦ ਪਾਇਆ। ਕਿਉਂ ਪਾਇਆ? ਕਿਉਂਕਿ ਸਾਨੂੰ ਜਸਟਿਸ ਇਸ ਬੰਦੇ ਤੋਂ ਨਹੀਂ ਮਿਲਿਆ। ਤੁਸੀਂ ਕੀ ਸਮਝਦੇ ਹੋ, ਠੀਕ ਕੀਤਾ ਕਿ ਗਲਤ ਕੀਤਾ? ਦੇਖੋ ਜੀ, ਮੇਰੇ ਵੱਲੋਂ ਠੀਕ ਆ। ਮੈਂ ਉਸ ਬੱਚੀਆਂ ਦੇ ਲਈ ਜੋ ਕਰ ਰਿਹਾ ਮੈਨੂੰ ਸੰਤੁਸ਼ਟੀ ਹੈ ਜੀ। ਮੈਨੂੰ ਗੋਲੀ ਮਾਰ ਦਿਓ, ਚਲੋ। ਪੁਲਿਸ ਵੀ ਫੋਨ ਕਰ ਰਹੀ ਹੈ, ਪੁਲਿਸ ਵੀ ਫੋਨ ਕਰ ਰਹੀ ਹੈ। ਦੇਖੋ ਜੀ, ਮੈਨੂੰ ਗੋਲੀ ਮਾਰ ਦਿਓ, ਮੈਨੂੰ ਕੋਈ ਟੈਨਸ਼ਨ ਨਹੀਂ। ਮੈਂ ਆਪਣੇ ਉਸ ਅੰਦਰ ਦੇ ਜ਼ਮੀਰ ਤੋਂ ਗੱਲ ਕਰ ਰਿਹਾ। ਸ਼ਾਇਦ ਲੋਕਾਂ ਦਾ ਜ਼ਮੀਰ ਮੇਰੇ ਵਾਂਗੂ ਹੋਊਗਾ ਕਿ ਨਹੀਂ ਹੋਊਗਾ, ਮੈਨੂੰ ਨਹੀਂ ਪਤਾ, ਪਰ ਮੇਰੇ ਜ਼ਮੀਰ ਨੇ ਜੋ ਅਲਾਉ ਕੀਤਾ ਮੈਂ ਉਹ ਕੀਤਾ। ਜੇ ਇੱਕ ਜੁੱਤੀਆਂ ਦੇ ਉੱਤੇ DO ਸਾਹਿਬ ਦੀ ਇੰਨੀ ਇੱਜ਼ਤ ਪਲੀਤ ਹੋ ਰਹੀ ਹੈ ਤੇ ਉਸ 7 ਸਾਲ ਦੀ ਬੇਟੀ ਦੇ ਉੱਤੇ ਕੀ ਬੀਤਦਾ ਹੋਊਗਾ ਸਰ, ਉਹ ਸੋਚ ਕੇ ਦੇਖੋ। ਜੇ ਮੈਂ ਉਸ ਚੀਜ਼ ਦੇ ਉੱਤੇ ਕੰਮ ਕਰ ਰਿਹਾ, ਮੈਨੂੰ ਕੋਈ ਫਰਕ ਨਹੀਂ ਹੈ DO ਸਾਹਿਬ ਦੇ ਜੁੱਤੀਆਂ ਦਾ ਹਾਰ ਪਿਆ ਜਾਂ ਕਿਸੇ ਦੇ ਪਿਆ, ਮੈਨੂੰ ਕੋਈ ਫਰਕ ਨਹੀਂ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਰਜਿੰਦਰ ਕਈ ਜੀ, ਜਿਹਨਾਂ ਆਪਾਂ ਗੱਲਬਾਤ ਕੀਤੀ, ਉਹ ਕਹਿੰਦੇ ਬਿਲਕੁਲ ਠੀਕ ਕੀਤਾ ਕਿਉਂਕਿ 7 ਸਾਲ ਦੀ ਬੱਚੀ ਦਾ ਸਵਾਲ ਸੀਗਾ, ਉਸ ਦੇ ਨਾਲ ਗਲਤ ਕੰਮ ਹੋਏ ਸੀ ਤੇ DO ਸਾਹਿਬ ਕਾਰਵਾਈ ਜਿਹੜੇ ਆ ਨਹੀਂ ਕਰ ਰਹੇ ਸੀ।